ਵਾਹਿਗੁਰੂ ਜੀ। ਸ਼ਲੋਕ ਮਹੱਲਾ ਪਹਿਲਾ। ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨ, ਸੇਈ ਪੂਰੇ ਸਾਹ ਵਕਤੈ ਉਪਰ ਲੜ ਮੂਏ। ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨ, ਸੇਈ ਪੂਰੇ ਸਾਹ ਵਕਤੈ ਉਪਰ ਲੜ ਮੂਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਇੰਟਰਨੈਟ ਦੇ ਰਾਹੀਂ ਅਤੇ ਰੇਡੀਓ ਹਮਸਫਰ ਰੇਡੀਓ ਗੀਤ ਸੰਗੀਤ ਦੇ ਰਾਹੀਂ ਆਪ ਸੰਗਤਾਂ ਪਾਵਨ ਕਥਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ 146 ਅੰਗ ਤੇ 17ਵਾਂ ਸ਼ਬਦ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। 145 ਅੰਗ ਤੇ ਬਿਲਕੁਲ ਅਖੀਰ ਤੇ ਜਾ ਕੇ ਸ਼ਬਦ ਪ੍ਰਾਰੰਭ ਹੁੰਦਾ। ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਧੰਨ ਗੁਰੂ ਨਾਨਕ ਦੇਵ ਜੀ। ਇਹ ਮਾਝ ਰਾਗ ਦੀ ਵਾਰ ਗੁਰੂ ਨਾਨਕ ਦੇਵ ਜੀ ਵੱਲੋਂ ਹੀ ਸਾਰੀ ਬਖਸ਼ਿਸ਼ ਹੋਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਬੇਖੌਫ ਹੋ ਕੇ ਬਿਨਾਂ ਕਿਸੇ ਦੇ ਡਰ ਤੋਂ ਬਿਲਕੁਲ ਸਪਸ਼ਟ ਬਚਨ ਕਰ ਦਿੰਦੇ ਨੇ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਵਿੱਚ ਕੋਈ ਕਮੀ ਨਹੀਂ ਦੇਖਣੀ ਚਾਹੁੰਦੇ। ਸਿੱਖ ਨੂੰ ਐਨ ਜਿਵੇਂ ਬਾਬਾ ਲਹਿਣਾ ਜੀ ਦੀ ਪਰਖ ਹੋਈ ਸੀ, ਅਖੀਰ ਤੱਕ ਪਰਖ ਕੇ ਫੇਰ ਗਲ ਨਾਲ ਲਾਇਆ ਸੀ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਉਪਦੇਸ਼ ਕਰਦੇ ਨੇ ਔਰ ਉਸ ਉਪਦੇਸ਼ ਤੋਂ ਹੀ ਸਿੱਖੀ ਦੀ ਪ੍ਰਾਪਤੀ ਆਪਾਂ ਨੂੰ ਹੁੰਦੀ ਹੈ। ਆਓ ਸਤਿਗੁਰੂ ਨਾਨਕ ਦੇਵ ਜੀ ਅੱਜ ਮਨ ਦਾ ਟਿਕਾਓ, ਅੰਮ੍ਰਿਤ ਵੇਲਾ, ਇਹ ਸਾਰੇ ਬਖਸ਼ਿਸ਼ਾਂ ਸਤਿਗੁਰੂ ਮਹਾਰਾਜ ਜੀ ਦੱਸਣਗੇ। ਇਹ ਦਿਨ ਦੇ ਜਿਹੜੇ ਪਹਿਰ ਹੁੰਦੇ ਨੇ, ਉਹ ਪਹਿਲਾ ਪਹਿਰ, ਦੂਜਾ ਪਹਿਰ, ਤੀਜਾ ਪਹਿਰ, ਇਹਨਾਂ ਵਿੱਚ ਮਨ ਦੀ ਦਸ਼ਾ ਕੀ ਹੁੰਦੀ ਤੇ ਸ਼੍ਰੋਮਣੀ ਵੇਲਾ ਕਿਹੜਾ ਹੈ ਨਾਮ ਜਪਣ ਦਾ, ਸਤਿਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਨੇ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਸੋ ਪਹਿਲਾ ਭਾਵ ਅਰਥ ਹੈ, ਫਿਰ ਦੂਸਰਾ ਹੋਵੇਗਾ ਇਹਦਾ। ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨ। ਸਬਾਹੀ ਹੁੰਦਾ ਸਵੇਰੇ, ਅੰਮ੍ਰਿਤ ਵੇਲੇ ਉੱਠ ਕੇ ਸਦਾਉਣ ਵਾਲੇ ਹੋ ਕੇ, ਜਿਨ੍ਹਾਂ ਨੇ ਇੱਕ ਮਨ ਹੋ ਕੇ, ਇੱਕ ਮਨ ਤੋਂ ਭਾਵ ਇਕਾਗਰ ਚਿੱਤ ਹੋਣਾ, ਇਕਾਗਰ ਮਨ ਹੋਣਾ, ਦੋ ਚਿੱਤੀ ਚੋਂ ਨਿਕਲ ਕੇ, ਦੁਬਿਧਾ ਵਿੱਚੋਂ ਨਿਕਲ ਕੇ ਪਰਮੇਸ਼ਰ ਦੇ ਨਾਮ ਨੂੰ ਜਿਨ੍ਹਾਂ ਨੇ ਧਿਆਇਆ, ਜਿਨ੍ਹਾਂ ਨੇ ਇੱਕ ਮਨ, ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ। ਮਨ ਹਮੇਸ਼ਾ ਦੁਬਿਧਾ ਵਿੱਚ ਰਹਿੰਦਾ, ਖਿੰਡਿਆ ਰਹਿੰਦਾ। ਮਨ ਦਾ ਖਿੰਡਣਾ ਹੀ ਮਾਇਆ ਹੈ ਅਤੇ ਮਨ ਦਾ ਟਿਕਣਾ ਹੀ ਪਰਮੇਸ਼ਰ ਹੈ, ਕਿਉਂਕਿ ਮਨ ਹੀ ਸਾਰੀਆਂ ਸ਼ਕਤੀਆਂ ਦਾ ਮਾਲਕ। ਮਨ ਦੀ ਸਮਰੱਥਾ ਬਹੁਤ ਜ਼ਿਆਦਾ। ਸੋ ਜਿਵੇਂ ਕਹੀਏ ਬਈ ਫਲਾਣੇ ਬੰਦੇ ਨੇ ਇੰਨੇ ਪਾਠ ਕੀਤੇ, 100 200, ਮਨ ਦੀ ਤਾਂ ਸਪੀਡ ਬਹੁਤ ਜ਼ਿਆਦਾ। ਆਪ ਜਾਣਦੇ ਹੋ ਕਿ ਸਰੀਰ ਕਰਕੇ ਆਪਾਂ ਜਿੰਨਾ ਪਾਠ ਕਰਦੇ ਹਾਂ, ਸਰੀਰ ਨਾਲ ਆਪਾਂ 5-10 ਪਾਠ ਕਰਕੇ ਥੱਕ ਜਾਂਦੇ ਹਾਂ। ਮਨ ਦੀ ਸਮਰੱਥਾ ਜੇ ਦੇਖੀਏ, ਮਨ ਇੱਕ ਛਿਣ ਤੋਂ ਪਹਿਲਾਂ ਕਿਤੋਂ ਵੀ ਹੋ ਕੇ ਮੁੜ ਸਕਦਾ, ਕਿਤੋਂ ਵੀ, ਜਿੱਥੇ ਮਰਜ਼ੀ ਯਾਦ ਕਰ ਲਓ, ਭੇਜ ਦਿਓ, ਉੱਥੇ ਹੀ ਜਾ ਕੇ ਮੁੜ ਆਉਣਾ, ਕਿਉਂਕਿ ਮਨ ਦੀ ਸਮਰੱਥਾ ਬਹੁਤ ਜ਼ਿਆਦਾ ਹੈ। ਕਿਉਂਕਿ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਦੀ ਸਮਰੱਥਾ ਜ਼ਿਆਦਾ ਹੋਣ ਕਰਕੇ ਸਰੀਰਕ ਤੌਰ ਤੇ ਤਾਂ ਪਾਠ ਕਰਨਾ ਬਹੁਤ ਔਖਾ 100, ਪਰ ਜਦੋਂ ਅਸੀਂ ਮਨ ਦੇ ਰਾਹੀਂ ਪਾਠ ਕਰਦੇ ਹਾਂ ਤਾਂ ਮਨ ਦੀ ਸਮਰੱਥਾ 100 ਪਾਠ ਤਾਂ ਕੀ, ਭਾਵੇਂ
ਮਨ ਤਾਂ ਇੰਨਾ ਸਮਰੱਥ ਹੈ, ਜੇ 1000 ਜਪਜੀ ਸਾਹਿਬ ਵੀ ਕਰਨਾ ਸ਼ਾਮ ਤੱਕ ਤਾਂ ਆਪਾਂ ਕਰ ਸਕਦੇ ਹਾਂ। ਮੈਂ ਮਨ ਦੀ ਸਮਰੱਥਾ ਦੱਸੀ। ਜਦੋਂ ਮਨ ਪਾਠ ਕਰਨ ਲੱਗ ਜਾਂਦਾ ਅੰਦਰ, ਤਾਂ ਫਿਰ ਕੋਈ ਫਿਕਰ ਹੀ ਨਹੀਂ ਰਹਿੰਦਾ। ਜ਼ੋਰ ਤਾਂ ਆਪਣਾ ਲੱਗਦਾ। ਜਦੋਂ ਆਪਣਾ ਜ਼ੋਰ ਲੱਗਦਾ ਤਾਂ ਆਪਾਂ ਉਸ ਵਕਤ ਇਹ ਕਹਿੰਦੇ ਹਾਂ ਕਿ ਮੈਂ ਤਾਂ ਇੰਨੇ ਪਾਠ ਕਰਕੇ ਥੱਕ ਗਿਆ, ਮੇਰਾ ਤਾਂ ਸਿਰ ਥੱਕ ਗਿਆ, ਇਹ ਕਿੱਦਾਂ ਹੋ ਸਕਦਾ ਹੈ, ਆਹ ਕਿੱਦਾਂ ਹੋ ਸਕਦਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਇੱਕ ਮਨ ਹੋ ਕੇ ਜਦੋਂ ਆਪਾਂ ਅਭਿਆਸ ਕਰੀਏ ਤਾਂ ਇੱਕ ਮਨ ਹੋ ਕੇ ਹੀ ਪਰਮਾਤਮਾ ਰੂਪ ਹੋ ਜਾਂਦਾ ਮਨ। ਹੁਣ ਸਤਿਗੁਰੂ ਜੀ ਫਰਮਾਉਂਦੇ ਨੇ, ਸਬਾਹੀ ਸਾਲਾਹ ਜਿਨੀ ਧਿਆਇਆ ਇੱਕ ਮਨ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਲਾਉਣ ਵਾਲਾ ਹੋ ਕੇ ਜਿਨ੍ਹਾਂ ਨੇ ਇੱਕ ਮਨ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਸੇਈ ਪੂਰੇ ਸਾਹ ਵਕਤੈ ਉਪਰ ਲੜ ਮੂਏ। ਸੇਈ ਤੋਂ ਭਾਵ ਉਹ ਪੁਰਸ਼ ਜਿਹੜੇ ਨੇ ਸ਼ਾਹ ਪਰਮੇਸ਼ਰ ਦਾ ਹੀ ਸਰੂਪ ਬਣ ਗਏ ਨੇ, ਉਹੀ ਅਸਲੀ ਸ਼ਾਹੂਕਾਰ ਨੇ, ਉਹੀ ਭਾਗਠੜੇ ਸੰਤ ਬਣੇ ਨੇ, ਅਮੀਰ। ਉਸ ਵੇਲੇ ਵਕਤ ਸੀ ਨੀਂਦ ਤੇ ਆਲਸ ਦਾ, ਉਸ ਵੱਲੋਂ ਉਪਰਾਮ ਹੋ ਕੇ ਲੜ ਕੇ ਨੀਂਦ ਨੂੰ ਮਾਰ ਦਿੱਤਾ ਉਹਨਾਂ ਨੇ। ਵਕਤ ਹੈ ਉੱਪਰ ਲੜ ਮੂਏ। ਜਦੋਂ ਵਕਤ ਸੀ ਸੌਣ ਦਾ, ਜਦੋਂ ਵਕਤ ਸੀ ਆਲਸ ਦਾ ਕਿ ਸੰਵਾਰ ਕੇ ਸੌਣਾ, ਨਾਮ ਕੀ ਬੇਲਾ ਪੈ ਪੈ ਸੋਇਆ, ਉਦੋਂ ਫਿਰ ਲੜਦੇ ਨੇ ਨੀਂਦ ਦੇ ਨਾਲ, ਆਲਸ ਦੇ ਨਾਲ। ਕਿਉਂਕਿ ਜੇ ਬੰਦਾ ਅੱਖਾਂ ਖੋਲ੍ਹਦਿਆਂ ਸਾਰ ਸੋਚਣਾ ਸ਼ੁਰੂ ਕਰਦੇ ਮੈਂ ਉੱਠਣਾ ਹੈ, ਫੇਰ ਨਹੀਂ ਉੱਠ ਸਕਦਾ। ਜਿਨ੍ਹਾਂ ਨੇ ਉੱਠਣਾ ਇੱਕ ਝਟਕੇ ਜੀ ਉੱਠਦੇ ਨੇ, ਉਹ ਬਸ ਅੱਖ ਖੁੱਲ੍ਹਦਿਆਂ ਸਾਰ ਇੱਕ ਵਾਰ ਮੰਜੇ ਚੋਂ ਬਾਹਰ, ਔਰ ਜਾਂਦਿਆਂ ਹੀ ਬੁਰਸ਼ ਮੂੰਹ 'ਚ ਪਾ ਲੈਣਾ ਫਟਾਫਟ। ਪੈਰਾਂ ਦੇ ਉੱਤੇ ਪਹਿਲਾਂ ਪਾਣੀ ਪਾ ਲਓ, ਸਰੀਰ ਨੂੰ ਤਕੜਾ ਕਰ ਲਓ, ਮੂੰਹ ਹੱਥ ਧੋ ਲਓ। ਮਨ ਨਾਲ ਸਲਾਹ ਨਾ ਕਰਿਓ, ਕਿਉਂਕਿ ਜੇ ਮਨ ਨਾਲ ਸਲਾਹ ਕੀਤੀ ਤਾਂ ਮਨਮੁਖ ਹੋ ਜਾਣਾ ਆਪਾਂ ਨੇ। ਸਲਾਹ ਲੈਣੀ ਗੁਰੂ ਦੀ ਕੀ ਕਰਨਾ, ਕਹਿੰਦੇ ਉਦਮ ਕਰ, ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤਸਰ ਨਾਵੈ। ਮਾਰ ਛਾਲ ਬਾਹਰ ਨਿਕਲ ਫਟਾਫਟ। ਇਹ ਮੰਜਾ ਹੋਇਆ, ਇਹ ਬੈੱਡ ਹੋਏ, ਇਹ ਸੋਫੇ ਹੋਏ, ਇਹ ਨਿਰੀ ਬਿਮਾਰੀ ਦਾ ਘਰ। ਇਹਨਾਂ ਨੇ ਖਿੱਚ ਕੇ ਆਪਣੇ ਵੱਲ ਨੂੰ ਲੈ ਕੇ ਜਾਣਾ। ਰਜਾਈਆਂ ਹੋਈਆਂ, ਤਲਾਈਆਂ ਹੋਈਆਂ, ਇਹ ਸੁੱਖ, ਇਹ ਜਿਹੜੇ ਸੁੱਖ ਨੇ, ਤੈਸੇ ਇਹ ਸੁੱਖ ਮਾਇਆ ਕੇ ਉਰਜਿਓ ਕਹਾਂ ਗਵਾਰ। ਕਹਿੰਦੇ ਉਹ ਗਵਾਰ ਚੱਲਿਆ। ਇਹ ਜਿਹੜਾ ਸੁੱਖ ਜਿਹਨੂੰ ਤੂੰ ਸੁੱਖ ਕਹਿਣਾ, ਇਹ ਸੁੱਖ ਨਹੀਂ, ਇਹ ਬਿਮਾਰੀ ਹੈ, ਮਾਇਆ। ਇਹ ਤਾਂ ਬਿਮਾਰੀ ਨਿਰੀ। ਸੁੱਖ ਕਾਹਦਾ? ਦੁੱਖ ਦਾਰੂ ਸੁੱਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਮਹਾਰਾਜ ਜੀ ਕਹਿੰਦੇ ਨੇ ਉਹ ਤਕੜੇ ਬੰਦੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਲੜਦੇ ਨੇ ਨੀਂਦ ਦੇ ਨਾਲ, ਭੱਜ ਕੇ ਜਾ ਕੇ ਪਿੰਡੇ ਪਾਣੀ ਪਾ ਕੇ ਨਿਤਨੇਮ ਕਰਕੇ ਉਡਾ ਦਿੰਦੇ ਨੇ ਨੀਂਦ ਨੂੰ। ਸੋ ਇਸ ਤਰ੍ਹਾਂ ਸਤਿਗੁਰੂ ਦੀ ਬਾਣੀ ਅੰਦਰ ਅੰਮ੍ਰਿਤ ਵੇਲੇ ਲਈ ਬਹੁਤ ਬਚਨ ਆ ਚੁੱਕੇ ਨੇ ਹੁਣ ਤੱਕ। ਕਈ ਵਾਰੀ ਐਸਾ ਵੀ ਸੁਣਦੇ ਆ, ਕਈ ਪ੍ਰਚਾਰਕ ਜਿਹੜੇ ਬਾਹਰਲੇ ਮੱਤਾਂ ਦੇ ਨੇ, ਇੱਕ ਵਾਰ ਕੋਈ ਬਾਹਰਲੇ ਮੱਤ ਦਾ ਪ੍ਰਚਾਰ ਕਰੇ, ਉਹ ਕਹਿੰਦਾ ਇਹ ਐਵੇਂ ਗੱਲਾਂ ਬਣਾਈਆਂ ਹੋਈਆਂ ਅੰਮ੍ਰਿਤ ਵੇਲੇ ਉੱਠਣ ਦੀਆਂ, ਫਲਾਨਾ ਟਿਮਕਾ। ਜਿਹੜਾ ਬਚਨ ਗੁਰੂ ਨਾਨਕ ਸਾਹਿਬ ਨੇ ਲਿਖ ਦਿੱਤਾ, ਉਹਨੂੰ ਜਿਹੜਾ ਕੱਟਦਾ ਉਹਦੇ ਨਾਲੋਂ ਮਹਾਮੂਰਖ ਹੋਰ ਕੋਈ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਦੇ ਬਚਨ ਨੂੰ ਨਹੀਂ ਕੱਟਣਾ, ਇਹ ਧਿਆਨ ਰੱਖਣਾ। ਗੁਰੂ ਨਾਨਕ ਸਾਹਿਬ ਸੱਚ ਸਰੂਪ ਆਪ ਪਰਮਾਤਮਾ ਨਿਰੰਕਾਰ। ਨਿਰੰਕਾਰ ਜੀ ਨੇ ਜੋ ਕਹਿਤਾ, ਵਾਹਿਗੁਰੂ ਜੀ ਨੇ ਜੋ ਕਹਿਤਾ, ਆਪਾਂ ਨੂੰ ਉਸ ਉੱਤੇ ਹੀ ਅਮਲ ਕਰਨਾ। ਦੂਜੈ ਬਹੁਤੇ ਰਾਹ ਮਨ ਕੀਆਂ ਮਤੀ ਖਿੰਡੀਆਂ, ਬਹੁਤ ਪਏ ਅਸਗਾਹ ਗੋਤੇ ਖਾਹਿ ਨਾ ਨਿਕਲ ਹੈ। ਸਤਿਗੁਰੂ ਕਹਿੰਦੇ ਇਹ ਤਾਂ ਅਸੀਂ ਆਪਣਾ ਅੰਮ੍ਰਿਤ ਵੇਲਾ, ਪਹਿਲਾ ਪਹਿਰ ਜਾਂ ਚੌਥਾ ਪਹਿਰ ਰਾਤ ਦਾ ਅੰਮ੍ਰਿਤ ਵੇਲਾ। ਹੁਣ ਜਿਸ ਵੇਲੇ ਦਿਨ ਦਾ ਦੂਜਾ ਪਹਿਰ ਆਇਆ, ਰਾਤ ਨੂੰ ਤਾਂ ਕੋਈ ਰਸਤਾ ਦਿਖਦਾ ਨਹੀਂ ਨਾ, ਹਨੇਰਾ ਹੀ ਹਨੇਰਾ। ਸੋ ਹੁਣ ਜਦੋਂ ਦਿਨ ਦਾ ਦੂਜਾ ਪਹਿਰ ਚੜ੍ਹਿਆ, ਮਹਾਰਾਜ ਫਰਮਾਉਂਦੇ ਨੇ ਬਹੁਤੇ ਰਸਤੇ ਦਿਖਣ ਲੱਗ ਪੈਂਦੇ ਨੇ। ਉਹ ਸੜਕ ਉੱਧਰ ਨੂੰ ਜਾਂਦੀ ਆ, ਉਹ ਸੜਕ ਉੱਧਰ ਨੂੰ ਜਾਂਦੀ ਹੈ, ਅਤੇ ਮਨ ਕੀਆਂ ਮੱਤੀ ਖਿੰਡੀਆਂ। ਦੂਜਾ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ, ਤੇ ਮਨ ਦੀਆਂ ਮੱਤਾਂ ਖਿੰਡ ਜਾਂਦੀਆਂ ਨੇ। ਉੱਥੇ ਜਾਣਾ ਸੀ, ਉਹ ਬੰਦੇ ਕੋਲ ਜਾਣਾ ਸੀ, ਫਲਾਣੇ ਨੂੰ ਮਿਲਣਾ, ਉਹਨੂੰ 7 ਵਜੇ ਮਿਲਣਾ। ਹੁਣ ਦਿਨ ਚੜ੍ਹ ਗਿਆ, 8 ਵਜੇ ਉਹਨੂੰ ਆਹ ਕੰਮ ਕਰਨਾ, ਫਿਰ ਉੱਥੇ ਜਾਣਾ। ਜਿਉਂ-ਜਿਉਂ ਰਾਤ ਹੁੰਦੀ ਆ, ਤਿਉਂ-ਤਿਉਂ ਮਨ ਅੰਦਰ ਨੂੰ ਆ ਜਾਂਦਾ ਵੀ ਹੁਣ ਰਾਤ ਨੂੰ ਤਾਂ ਕਿਤੇ ਨਹੀਂ ਜਾਣਾ। 3 ਵਜੇ, 4 ਵਜੇ, 5 ਵਜੇ ਆਪਣੀ ਜੌਬ ਤੋਂ, ਡਿਊਟੀ ਤੋਂ ਮੁੜਿਆ,
ਉਹ ਜਿਹੜੀ ਸਵੇਰੇ ਹਾਲਾਤ ਸੀ ਮਨ ਦੇ ਉੱਥੇ ਜਾਣਾ ਉਹ ਸਾਰੇ ਮੁਕਾ ਕੇ ਹੁਣ ਆ ਗਿਆ, ਘਰ ਵਿੱਚ ਆਰਾਮ ਨਾਲ ਬੈਠਾ। ਹੁਣ ਹੌਲੀ ਹੌਲੀ ਮਨ ਦੀਆਂ ਸੋਚਾਂ ਜਿਹੜੀਆਂ ਨੇ ਉਹ ਘਟ ਗਈਆਂ ਨੇ। ਪ੍ਰਸ਼ਾਦਾ ਛਕਿਆ, ਰਾਤ ਹੋ ਗਈ, 10-11 ਵੱਜ ਗਏ। ਹੁਣ ਮਨ ਦੇ ਅੰਦਰੋਂ ਉਹ ਜਿਹੜੀ ਮੱਤੀ ਖਿੰਡੀਆਂ ਸੀ ਉਹ ਇਕੱਠੀਆਂ ਹੋ ਗਈਆਂ। ਫੇਰ ਹੁਣ ਤਾਂ ਚਲੋ ਰਾਤ ਨੂੰ ਕਿਤੇ ਨਹੀਂ ਜਾਣਾ। ਫਿਰ ਜਦੋਂ ਨੀਂਦ ਤਾਈਆਂ ਆਉਂਦੀ ਜਦੋਂ ਕਿਤੇ ਹੁਣ ਜਾਣਾ ਹੀ ਨਹੀਂ, ਸ਼ਾਂਤੀ ਆ ਗਈ। ਮਹਾਰਾਜ ਜੀ ਫਰਮਾਉਂਦੇ ਨੇ ਕਿ ਜਦੋਂ ਹੁਣ ਇਕਾਗਰਤਾ ਹੁੰਦੀ ਹੈ, ਮਨ ਟਿਕਾਓ 'ਚ ਹੁੰਦਾ, ਫਿਰ ਨੀਂਦ ਆ ਗਈ ਥਕਾਵਟ ਨਾਲ, ਉਦੋਂ ਮਨ ਵੀ ਬਹੁਤ ਰਾਤ ਨੂੰ ਸੌਣ ਵੇਲੇ ਇਸ ਤਰ੍ਹਾਂ ਜਾ ਕਰਕੇ ਵਾਲ ਨਾਲੋਂ ਵੀ 1000 ਗੁਣਾ ਬਰੀਕ ਨਾੜੀ ਹੈ ਇੱਕ, ਉਹਦੇ ਵਿੱਚ ਜਾ ਕੇ ਰਾਤ ਨੂੰ ਸੌਂ ਕੇ ਸੁਪਨੇ ਦੇਖਦਾ, ਸੌਂਦਾ ਨਹੀਂ ਹੈ। ਇਹਨੂੰ ਪਤਾ ਹੁਣ ਕੋਈ ਕੰਮ ਹੀ ਨਹੀਂ ਹੈਗਾ ਰਾਤ ਨੂੰ, ਇਸ ਕਰਕੇ ਇਹ ਰਾਤ ਨੂੰ ਟਿਕਾਓ ਵਿੱਚ ਹੋ ਜਾਂਦਾ। ਅਤੇ ਫਿਰ ਕੀ ਕਰਦੇ, ਇਹਨੂੰ ਪਤਾ ਵੀ ਹੁਣ ਜਿਹੜਾ ਮੇਰਾ ਖਾਜਾ ਸੀ ਇਹ ਸਰੀਰ ਇੰਦਰੀਆਂ ਇਹ ਤਾਂ ਹੁਣ ਆਰਾਮ ਕਰਨ ਲੱਗ ਪਈਆਂ, ਸੌਂਗੇ, ਇਹ ਨਹੀਂ ਸੌਂਦਾ। ਆਪਾਂ ਨੂੰ ਸਮਾ ਕੇ ਰਾਤ ਨੂੰ ਫੇਰ ਬਾਹਰ ਨਿਕਲ ਜਾਂਦਾ, ਕਿਤੇ ਦੀ ਕਿਤੇ ਰਾਤ ਨੂੰ ਸੁਪਨੇ 'ਚ ਘੁੰਮੀ ਜਾਂਦਾ, ਕਦੇ ਕਿਤੇ ਘੁੰਮਦਾ। ਇਹਨਾਂ ਆਪਣੀ ਕਿਰਿਆ ਬੰਦ ਨਹੀਂ ਕੀਤੀ। ਮਨ ਬਹੁਤ ਤਕੜਾ, ਖਿੰਡੀਆਂ ਮੱਤੀਆਂ ਇਹਦੀਆਂ, ਪਰ ਇੱਕ ਪੱਖੋਂ ਹੈ ਕਿ ਟਿਕਾਓ ਵਿੱਚ ਬੈਠਾ ਉਹਦਾ ਵੀ ਹਲੇ ਸਰੀਰ ਉੱਠਿਆ ਨਹੀਂ। ਜਦੋਂ ਸਰੀਰ ਉੱਠਿਆ, ਜੇ ਤਾਂ ਸਰੀਰ ਉੱਠਿਆ ਅੰਮ੍ਰਿਤ ਵੇਲੇ, ਮਨ ਨੂੰ ਹਲੇ ਵੀ ਸੰਕਲਪ ਨਹੀਂ, ਕਿਉਂ ਤੜਕੇ 3 ਵਜੇ ਕਿੱਧਰ ਜਾਣਾ, 4 ਵਜੇ ਕਿੱਧਰ ਜਾਣਾ, ਰਾਤ ਨੂੰ ਕਿੱਧਰ ਜਾਣਾ। ਹੁਣ ਰਾਤ ਨੂੰ ਫਿਰ ਉਦੋਂ ਕਾਫੀ ਮੱਤੀ ਮਨ ਦੀਆਂ ਮਹਾਰਾਜ ਕਹਿੰਦੇ ਇਕੱਠੀਆਂ ਹੁੰਦੀਆਂ ਨੇ, ਉਦੋਂ ਸਿਮਰਨ ਕਰਨਾ ਚਾਹੀਦਾ, ਉਦੋਂ ਭਗਤੀ ਕਰਨੀ ਚਾਹੀਦੀ ਹੈ। ਉਦੋਂ ਕਾਫੀ ਮਨ ਟਿਕਿਆ ਹੁੰਦਾ, 80% ਮਨ ਅੰਮ੍ਰਿਤ ਵੇਲੇ ਨੂੰ ਟਿਕਿਆ ਹੁੰਦਾ, ਭੱਜ ਦੌੜ ਮੁੱਕੀ ਹੁੰਦੀ ਹੈ। ਉਦੋਂ ਸਤਿਗੁਰੂ ਕਹਿੰਦੇ ਨੇ ਜਦੋਂ ਇਹਦਾ ਲੈਵਲ ਥੱਲੇ ਆਇਆ ਹੁੰਦਾ, ਉਦੋਂ ਤੁਹਾਨੂੰ ਇਹਨੂੰ ਨਾਮ ਨੂੰ ਜਪਾਉਣਾ ਚਾਹੀਦਾ ਮਨ ਨੂੰ। ਸੋ ਇੱਕ ਵਾਰ ਕਿਸੇ ਨੂੰ ਬੁਖਾਰ ਚੜ੍ਹਿਆ ਸੀ, ਬੁਖਾਰ ਸੀ 107, ਮਲੇਰੀਆ ਫੈਲਿਆ ਹੋਇਆ ਸੀ। ਸੋ ਚਲੋ ਡਾਕਟਰ ਆਇਆ, ਮੈਂ ਕਿਹਾ ਡਾਕਟਰ ਸਾਹਿਬ ਇਹਨੂੰ ਪਹਿਲਾਂ ਫਟਾਫਟ ਮਲੇਰੀਆ ਦਾ ਇੰਜੈਕਸ਼ਨ ਲਾਓ। ਡਾਕਟਰ ਸਾਹਿਬ ਜਾਣਦੇ ਸੀਗੇ ਸਾਨੂੰ, ਕਹਿੰਦੇ ਨਹੀਂ ਮਲੇਰੀਆ ਦਾ ਇੰਜੈਕਸ਼ਨ ਪਹਿਲਾਂ ਨਹੀਂ ਲਾਈਦਾ, ਕੁਨੀਨ ਦਾ। ਪਹਿਲਾਂ ਆਪਾਂ ਨੇ ਇਹਨੂੰ ਇੰਜੈਕਸ਼ਨ ਲਾਉਣਾ ਜਿਹੜਾ ਉਹ ਦਵਾਈ ਜਿਹੜੀ ਬੁਖਾਰ ਨੂੰ ਉਤਾਰਦੀ ਹੈ, ਪਹਿਲਾਂ ਉਹ ਲਾਉਣਾ ਇਹਨੂੰ, ਕਿਉਂਕਿ ਜਦੋਂ ਤੱਕ ਇਹਨੂੰ ਉਹ ਨਹੀਂ ਲਾਉਂਦੇ ਉਦੋਂ ਤੱਕ ਇਹਦਾ ਬੁਖਾਰ ਡਾਊਨ ਨਹੀਂ ਹੁੰਦਾ, ਉਦੋਂ ਤੱਕ ਕੁਨੀਨ ਦਾ ਇੰਜੈਕਸ਼ਨ ਨਹੀਂ ਲਾ ਸਕਦੇ। ਜੇ ਜਾੜ ਸੁੱਜੀ ਹੋਵੇ ਤਾਂ ਡਾਕਟਰ ਉਹ ਕੱਢਦੇ ਨਹੀਂ, ਕਹਿੰਦੇ ਪਹਿਲਾਂ ਇਹਦੀ ਸੋਜ ਘਟਾ ਕੇ ਲਿਆਓ, ਦਵਾਈ ਦਿੰਦੇ ਨੇ, 2-3 ਦਿਨ 'ਚ ਸੋਜ ਉਤਰ ਜਾਂਦੀ, ਫਿਰ ਜਾੜ ਕੱਢਦੇ ਨੇ। ਇਹ ਵੀ ਕਾਨੂੰਨ ਹੁੰਦੇ ਨੇ। ਇਸੇ ਤਰ੍ਹਾਂ ਬੁਖਾਰ ਨੂੰ ਘਟਾਉਣ ਤੋਂ ਬਾਅਦ ਹੀ ਅਗਲਾ ਇੰਜੈਕਸ਼ਨ ਲੱਗਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵੈਸੇ ਹੀ ਇਹਦਾ ਲੈਵਲ ਡਾਊਨ ਹੋਇਆ ਅੰਦਰ ਰਾਤ ਨੂੰ ਮਨ ਦਾ, ਉਹ ਜਿਹੜਾ ਦਿਨੇ ਫਾਕੜੀਆਂ ਮਾਰਦਾ, ਖਿੰਡਿਆ ਫਿਰਦਾ, ਬਦਨਾ ਬਿਨ ਖਿਰਖਿਰ ਹਾਸਤਾ, ਉਹ ਮੂੰਹ ਤੋਂ ਬਿਨਾਂ ਹੀ ਹੱਸੀ ਜਾਂਦਾ, ਦਿਨੇ ਪਗਾਂ ਬਿਨ ਹੁਰੀਆਂ ਮਾਰਤਾ, ਪੈਰਾਂ ਤੋਂ ਬਿਨਾਂ ਉਹੀ ਦਲੱਤੇ ਮਾਰੀ ਜਾਂਦਾ। ਰਾਤ ਨੂੰ ਮਹਾਰਾਜ ਕਹਿੰਦੇ ਹੁਣ ਟਿਕਿਆ, ਹੁਣ ਦੱਬ ਲੋ ਇਹਨੂੰ। ਸੋ ਜਿਵੇਂ ਕਿਸੇ ਤਕੜੇ ਬੰਦੇ ਨੂੰ ਮਿਲਣਾ ਹੋਵੇ, ਲੋਕੀ ਕਹਿੰਦੇ ਤੜਕੇ ਹੀ ਜਾਮ ਘੇਰੋ ਉਹਨੂੰ, ਦਿਨੇ ਤਾਂ ਉਹਨੇ ਫੇਰ ਨਿਕਲ ਜਾਣਾ ਕਿਤੇ। ਸਤਿਗੁਰੂ ਕਹਿੰਦੇ ਮਨ ਨੂੰ ਤੜਕੇ ਤੜਕੇ ਦੱਬ ਲੋ। ਜੇ ਤੜਕੇ ਦੱਬਿਆ ਗਿਆ, ਆਪਣੇ ਕਾਬੂ 'ਚ ਆ ਗਿਆ। ਸੁੱਤੇ ਪਏ ਸ਼ੇਰ ਨੂੰ ਹੀ ਕੰਟਰੋਲ ਕਰਨਾ ਸੌਖਾ, ਇਸ ਕਰਕੇ ਸੁੱਤੇ ਪਏ ਨੂੰ ਫੜੋ ਇਹਨੂੰ ਜਦੋਂ ਟਿਕਾਓ ਵਿੱਚ ਹੁੰਦਾ। ਜਦੋਂ ਇਹ ਦਿਨੇ ਤਾਂ ਤਕੜਾ ਹੋ ਜਾਂਦਾ, ਫਿਰ ਬਰਿਆਈ ਹੋਏ ਸ਼ੇਰ, ਉਦੋਂ ਸ਼ੇਰ ਬਣੇ ਨੂੰ ਫੜਨਾ ਔਖਾ ਹੁੰਦਾ ਥੋੜਾ ਜਿਹਾ। ਇਸ ਕਰਕੇ ਸਵੇਰੇ ਸਵੇਰੇ ਸਤਿਗੁਰੂ ਕਹਿੰਦੇ ਨੇ ਫਿਰ ਮਨ ਖਿੰਡ ਜਾਂਦਾ। ਦੂਜਾ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ, ਖਿੰਡ ਗਿਆ ਮਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਬਹੁਤ ਪਏ ਅਸਗਾਹ ਗੋਤੇ ਖਾਹੇ ਨਾ ਨਿਕਲਹਿ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਹੁਤ ਬੰਦੇ ਜਿਹੜੇ ਉਹ ਧੰਦਿਆਂ ਰੂਪੀ ਸਮੁੰਦਰ 'ਚ ਪੈ ਜਾਂਦੇ ਜਾ ਕੇ, ਫਿਰ ਧੰਦਿਆਂ ਦੇ ਵਿੱਚ ਹੀ ਸ਼ਾਮ ਤੱਕ ਗੋਤੇ ਖਾਂਦੇ ਰਹਿੰਦੇ ਨੇ, ਬਾਹਰ ਨਹੀਂ ਨਿਕਲ ਸਕਦੇ। ਧੰਦਾ, ਇੱਕ ਧੰਦੇ, 2 ਧੰਦੇ, ਕਈਆਂ ਦੀ ਡਿਊਟੀ ਰਾਤ ਨੂੰ ਹੈ, ਰਾਤ ਨੂੰ ਧੰਦੇ, ਦੁਪਹਿਰੇ ਧੰਦੇ, ਕੰਮਾਂ ਵਿੱਚ ਫਸਿਆ ਹੋ ਜਾਂਦਾ। ਤੀਸਰਾ ਪਹਿਰ ਆ ਗਿਆ ਹੁਣ। ਤੀਜਾ ਮੁਹੀ ਗਿਰਾਹ ਭੁੱਖ ਤਿਖਾ ਦੋਏ ਭੌਂਕੀਆਂ। ਦਿਨ ਦੇ ਤੀਜੇ ਪਹਿਰ ਆਉਂਦਿਆਂ ਹੀ ਜਦ ਭੁੱਖ ਤੇ ਤ੍ਰੇਹ ਦੋਨੋਂ ਭੌਂਕੀਆਂ ਤੋਂ ਭਾਵ ਭੜਕੀਆਂ, ਤਾਂ ਮੂੰਹ ਵਿੱਚ ਗਿਰਾਹ ਭੋਜਨ ਗਰਾਹੀਆਂ ਪਾਉਂਦਾ, ਰੋਟੀ ਖਾਂਦਾ, ਪਾਣੀ ਦਿਓ।
ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਨੂੰ ਵਿੱਚੇ ਲੈ ਕੇ 6 ਤੋਂ 9 ਤੱਕ ਪਹਿਲਾ ਪਹਿਰ, ਪਿਛਲਾ ਵੀ ਨਾਲ ਲਾ ਲਓ, 3 ਤੋਂ 6 ਸਵੇਰੇ, ਉਹਨਾਂ ਨੂੰ ਗਿਣਦਿਆਂ ਹੋਇਆਂ ਦੂਜਾ ਪਹਿਰ ਬਣਾਇਆ 9 ਤੋਂ 12 ਦਾ, 12 ਤੋਂ 3 ਤੱਕ ਫਿਰ ਦੁਪਹਿਰੇ ਭੁੱਖ ਲੱਗਦੀ ਕਹਿੰਦੇ, ਫਿਰ ਰੋਟੀ ਖਾਂਦਾ, ਫਿਰ ਤ੍ਰਿਖਾ ਪਿਆਸ ਲੱਗਦੀ, ਫਿਰ ਪਾਣੀ ਪੀਂਦਾ, ਖਾ ਪੀ ਕੇ ਉਹ ਖਾਧੇ ਹੋਏ ਦਾ ਕੀ ਬਣ ਗਿਆ, ਖਾਧਾ ਹੋਏ ਸੁਆਹਾ ਭੀ ਖਾਣੇ ਸਿਉ ਦੋਸਤੀ। ਜਿਸ ਵੇਲੇ ਉਹ ਖਾਧਾ ਹੋਇਆ ਭੋਜਨ ਸਵਾਹ ਹੋ ਜਾਂਦਾ ਹੈ ਤਾਂ ਸੰਧਿਆ ਵੇਲੇ ਫਿਰ ਖਾਣੇ ਨਾਲ ਦੋਸਤੀ ਗੰਢਦਾ, ਪਿਆਰ ਪਾਉਂਦਾ, ਸ਼ਾਮ ਨੂੰ ਫੇਰ ਰੌਲਾ ਪਾਉਂਦਾ, ਰੋਟੀ ਨਹੀਂ ਤਿਆਰ ਹੋਈ ਹਲੇ, ਰੋਟੀ ਦੇ ਪਿੱਛੇ ਹੀ ਦੌੜਦਾ ਮਹਾਰਾਜ ਕਹਿੰਦੇ ਨੇ। ਦੁਪਹਿਰੇ ਵੀ ਭੜਕੀ ਸੀ ਭੁੱਖ, ਰਾਤ ਨੂੰ ਫੇਰ ਲੱਗ ਗਈ। ਰਾਤ ਦੀ ਰੋਟੀ ਖਾਣ ਤੋਂ ਬਾਅਦ ਹੌਲੀ ਹੌਲੀ ਚੌਥਾ ਪਹਿਰ ਜਦੋਂ ਆ ਗਿਆ, ਉਸ ਵਕਤ ਮਹਾਰਾਜ ਕਹਿੰਦੇ ਚੌਥਾ ਆਈ ਊਂਘ ਅੱਖੀ ਮੀਟ ਪਵਾਰ ਗਿਆ। ਦਿਨ ਦੇ ਚੌਥੇ ਪਹਿਰ ਵਿੱਚ ਫੇਰ ਅਜਿਹੀ ਨੀਂਦ ਆਈ, ਊਂਘ ਆਈ, ਮਾਨੋ ਅੱਖੀਆਂ ਮੀਟ ਦਾ ਹੀ ਪਵਾਰ ਗਿਆ। ਪਵਾਰ ਹੁੰਦਾ ਵਾ ਚੜਾਈਆਂ ਹੀ ਕਰ ਗਿਆ, ਜਿਵੇਂ ਸੁੱਤਾ ਮੋਇਆ ਇੱਕ ਬਰਾਬਰ। ਇਹ ਕਹਾਵਤ ਵੀ ਬਣੀ ਹੋਈ ਹੈ। ਧੀ ਉੱਠ ਰਚਿਓਨ ਵਾਦ ਸਹਿ ਵਰਿਆਂ ਕੀ ਪੇੜ ਬੱਧੀ। ਫਿਰ ਨੀਂਦ ਤੋੜਦਾ, ਝਗੜਿਆਂ ਨੂੰ ਰਚਦਾ, ਸੈਂਕੜੇ ਵਰਿਆਂ ਦੀ ਬਾਜੀ ਇਹਨੇ ਬੰਨ੍ਹ ਲਈ ਮਨ ਨੂੰ। ਦੂਸਰੇ ਭਾਗ 'ਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਗੁਰੂ ਸਾਹਿਬ ਜੀ ਅਵਸਥਾ ਰੂਪੀ ਰਾਤ ਦੇ 4 ਪਹਿਰ ਕਥਨ ਕਰਦੇ। ਮਹਾਰਾਜ ਸਬਾਹੀ ਸਾਲਾਹ ਜਿਨੀ ਧਿਆਇਆ ਇੱਕ ਮਨ। ਬਾਲਕ ਅਵਸਥਾ ਰੂਪੀ ਸਬਾਹੀ ਅੰਮ੍ਰਿਤ ਵੇਲੇ ਸਲਾਹੁਣ ਯੋਗ ਪ੍ਰਮਾਤਮਾ ਨੂੰ ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਭਗਤ ਧਰੂ ਜੀ ਤੇ ਪ੍ਰਹਿਲਾਦ ਜੀ ਅਤੇ ਤਾਰੂ ਪੋਪਟ ਵਾਂਗੂ ਧਿਆਇਆ। ਸੇਈ ਪੂਰੇ ਸਾਹ ਵਕਤੈ ਉੱਪਰ ਲੜ ਮੂਏ। ਉਹ ਪੂਰੇ ਸ਼ਾਹ ਪ੍ਰਮਾਤਮਾ ਦਾ ਸਰੂਪ ਹੋ ਗਏ ਨੇ। ਸੇਈ ਪੂਰੇ ਸ਼ਾਹ, ਕਿਉਂਕਿ ਖੇਡ ਕੇ ਵਕਤ ਤੋਂ ਉਪਰਾਮ ਹੋ ਕੇ ਉਹ ਲੜ ਕੇ ਖੇਡ ਨੂੰ ਮਾਰ ਦਿੱਤਾ। ਉਹ ਜਿਹੜੀ ਖੇਡ ਖੇਡਦੇ ਸੀ ਮਾਇਆ ਦੀ, ਉਹ ਤੋਂ ਖਤਮ ਹੋ ਗਿਆ ਆਪਣੇ ਆਪ ਵਿੱਚ। ਦੂਜਾ ਬਹੁਤੇ ਰਾਹ ਮਨ ਕੀਆਂ ਮਤੀ ਖਿੰਡੀਆਂ। ਹੁਣ ਜਦੋਂ ਦੂਜਾ ਪਹਿਰ ਆਇਆ, ਜ਼ਿੰਦਗੀ ਦਾ ਜੋਬਨ ਅਵਸਥਾ ਆਈ, ਜੋਬਨ ਅਵਸਥਾ ਰੂਪੀ ਦੂਜੇ ਪਹਿਰ ਵਿੱਚ ਦੁਨੀਆ ਦੇ ਧੰਦੇ ਕਾਰ ਵਿਹਾਰ ਰਸਤੇ ਦਿਖਣ ਲੱਗ ਪਏ। ਕਹਿੰਦੇ ਪਹਿਲਾਂ ਤਾਂ ਪੜ੍ਹਾਈਆਂ ਕੀਤੀਆਂ, ਹੁਣ ਦੂਜਾ ਪਹਿਰ ਆ ਗਿਆ, ਨੌਕਰੀ ਕਰਨ ਲੱਗ ਪਿਆ। ਹੁਣ ਮਨ ਦੀਆਂ ਮੱਤੀਆਂ ਖਿੰਡੀਆਂ, ਪੈਸਾ ਆਉਣ ਲੱਗ ਪਿਆ, ਹੁਣ ਸੋਚਣ ਲੱਗ ਪਿਆ ਘਰ ਬਾਰੇ, ਘਰ ਲਵਾਂ, ਕਾਰ ਲਵਾਂ, ਵਿਆਹ ਸ਼ਾਦੀਆਂ, ਇੱਧਰ ਉੱਧਰ ਹੁਣ ਮਨ ਖਿੰਡਿਆ। ਬਹੁਤ ਪਏ ਅਸਗਾਹ ਗੋਤੇ ਖਾਹ ਨਾ ਨਿਕਲ ਹੈ। ਕਹਿੰਦੇ ਬਹੁਤ ਜਿਹੜੇ ਬੰਦੇ ਨੇ ਉਹ ਵਿਸ਼ਿਆਂ ਰੂਪੀ ਸਮੁੰਦਰ 'ਚ ਪੈ ਗਏ ਨੇ ਤੇ ਵਿਸ਼ਿਆਂ ਵਿੱਚ ਹੀ ਗੋਤੇ ਖਾਈ ਜਾਂਦੇ ਨੇ, ਹੁਣ ਵਿਸ਼ਿਆਂ ਤੋਂ ਬਾਹਰ ਨਹੀਂ ਆਉਂਦੇ। ਮਹਾਰਾਜ ਕਹਿੰਦੇ ਅਸੀਂ ਕੱਢਣ ਦਾ ਯਤਨ ਕਰਦੇ ਹਾਂ। ਉਹ ਵਿਕਾਰਾਂ ਨੂੰ ਹੀ ਸਮਝ ਲੈਂਦੇ ਕਿ ਇਹੀ ਐਂਡ ਹੈ, ਬਸ ਵਿਕਾਰ ਹੀ ਵੱਡੀ ਚੀਜ਼ ਮੰਨਦੇ ਨੇ। ਬੱਚੇ ਨੂੰ ਖੇਡ ਹੀ ਪਿਆਰੀ ਹੈ, ਉਹ ਖੇਡ ਨੂੰ ਹੀ ਐਂਡ ਮੰਨਦਾ। ਵਿਕਾਰੀ ਬੰਦਾ ਵਿਕਾਰਾਂ ਨੂੰ ਹੀ ਅੰਤ ਮੰਨਦਾ, ਬਸ ਇਹ ਇਸ ਤੋਂ ਬੜਾ ਹੋਰ ਕੋਈ ਸੁੱਖ ਨਹੀਂ ਹੈ। ਗੋਤੇ ਖਾਈ ਜਾਂਦੇ ਨੇ, ਨਿਕਲਦੇ ਨਹੀਂ। ਤੀਜਾ ਮੁਹੀ ਗਿਰਾਹ ਭੁੱਖ ਤਿਖਾ ਦੋਏ ਭੌਂਕੀਆਂ। ਜਦੋਂ ਅਧਖੜ ਉਮਰ ਆਈ ਤਾਂ ਅਧਖੜ ਉਮਰ ਦੇ ਵਿੱਚ ਤੀਜੇ ਪਹਿਰ ਵਿੱਚ ਪਦਾਰਥਾਂ ਦੇ ਖਾਣ ਦੀ ਭੁੱਖ ਤਰੇ ਭੌਂਕਦੀ ਹੈ ਤੇ ਮੂੰਹ ਵਿੱਚ ਚੰਗੇ ਚੰਗੇ ਪਦਾਰਥ ਬਣਾ ਕੇ ਪਾਉਂਦਾ, ਬੁਰਕੀਆਂ ਅਤੇ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਬੂਟੀਆਂ ਕੁਸ਼ਤੇ ਸੋਨਾ ਚਾਂਦੀ ਮਾਰ ਮਾਰ ਕੇ ਖਾਂਦਾ, ਤਾਕਤ ਬਣਾਉਂਦਾ ਸਰੀਰ ਦੀ। ਖਾਧਾ ਹੋਆ ਸੁਆਹ ਧੀ ਖਾਣੇ ਸਿਉ ਦੋਸਤੀ। ਜਿਸ ਵੇਲੇ ਉਹ ਪਦਾਰਥ ਖਾਂਦਾ ਹੋਇਆ ਸਵਾਹ ਹੋ ਜਾਂਦਾ ਹੈ ਤਾਂ ਫਿਰ ਤਾਕਤ ਵਾਲੇ ਪਦਾਰਥਾਂ ਦੇ ਨਾਲ ਫਿਰ ਦੋਸਤੀ ਕਰਦਾ। ਚੌਥਾ ਆਈ ਊਂਘ ਅੱਖੀ ਮੀਟ ਪਵਾਰ ਗਿਆ। ਬਿਰਧ ਅਵਸਥਾ ਰੂਪੀ ਚੌਥੇ ਪਹਿਰ ਵਿੱਚ ਜਦੋਂ ਮੌਤ ਰੂਪ ਨੀਂਦ ਆਈ ਤਾਂ ਫਿਰ ਅੱਖਾਂ ਮੀਚ ਕੇ ਪਵਾਰ ਗਿਆ, ਚਲਿਆ ਗਿਆ, ਅੱਗੇ ਨੂੰ ਮ੍ਰਿਤੂ ਹੋ ਗਿਆ, ਚੜਾਈਆਂ ਕਰ ਗਿਆ। ਭੀ ਉੱਠ ਰਚਿਓਨ ਵਾਦ ਸਹਿ ਵਰਿਆਂ ਕੀ ਪੇੜ ਬੱਧੀ। ਫਿਰ ਹੋਰ ਜੂਨ ਵਿੱਚ ਉੱਠ ਕੇ ਜਨਮ ਲੈ ਕੇ ਝਗੜਿਆਂ ਨੂੰ ਰਚਦਾ। ਫਿਰ ਉਸ ਜੂਨ ਵਿੱਚ ਵੀ ਇਹਨੇ 100 ਵਰਿਆਂ ਦੀ ਜਿਉਣ ਦੀ ਬਾਜੀ ਬੰਨੀ ਕਿ ਮੈਂ 100 ਵਰਾ ਜਿਉਣਾ। ਚਾਹੇ ਕਿਸੇ ਜੂਨ ਵਿੱਚ ਜੀਵ ਚਲਿਆ ਜਾਵੇ, ਉਹੀ ਜੂਨ ਉਹਨੂੰ ਪਿਆਰੀ ਹੋ ਜਾਂਦੀ ਹੈ। ਜੋ ਜੋ ਜੂਨੀ ਆਇਓ ਤੇ ਤੇ ਉਰਝਾਇਓ, ਮਾਨਸ ਜਨਮ ਸੰਜੋਗ ਪਾਇਆ। ਮਨੁੱਖਾ ਜਨਮ ਬਹੁਤ ਔਖਾ ਮਿਲਦਾ।
ਹੁਣ ਤੀजे भाव अर्थ विच महाराज फिर 4 अवस्था कथन करते ने बंदे दियां। एक तो हुंदे ने उत्तम पुरुष, एक हुंदे ने जग्यासु मध्यम जिहड़े ने, एक हुंदे ने विषयी, एक सब तो घटिया जिहड़े हुंदे उहनूं कहंदे पामर। हुण इन्हां दी 4 अवस्था ते फिर विचार करिए। सबाही सालाह जिनी ध्याया एक मन। सबाही हुंदा अमृत वेले वांगू जो उत्तम बंदे ने जिन्हां ने सलाउण योग परमेश्वर नूं एकागरमान होकर ध्याया है। सेई पूरे साह वक्त है उपर लड़ मुए। वो पूरे शाह परमेश्वर का स्वरूप ही ने। मानो उन्होंने लड़ के विषय विकारां नूं काम क्रोध नूं मार दिता। इस ते दुखां रूपी वक्त तो उपरों भाव उपराम हो गए ने। वो वक्त दे नाल लड़े, लड़ के उन्होंने मन नूं उपराम करके एकागर कर लिया। दूजा बहुते राह मन कीआं मत्ती खिंडियां। दूजे जिग्यासु बहुत रस्तियां विच पै रहे ने। जिस तरह फिर संगत मिलती है उसे उसे रस्ते पै गए। जिग्यासु दे मन दीआं बिरतियां खिंडियां ही रहिंदियां ने। जिग्यासु हुंदा जा पैदा होण दी ज्ञान दे आस हुंदी जिहदे मन विच ना उहनूं कहंदे जिग्यासु। जिग्यासु दा मन खिंडिया रहिंदा। जिवें प्रकाश बख्शिश नाम दी दात गुरु ग्रंथ साहिब ने बख्शणी है। जिग्यासु नूं हुंदा मैनूं महाराज तो पता नहीं शायद ये चीज़ां मिलणगीआं कि नहीं। वो फिर किते होर चलिया जांदा, फिर उत्थों किते होर चलिया जांदा। वो 50 जाणिਆਂ ਨੂੰ कोई नाम किवें जपना जी, किरपा किवें होवेगी जी, आ किवें होवेगा। बस उन्हें पुछी जाना। बहुते रस्तियां ते खिंडिया मन है जिग्यासु दा। मेहनत अभ्यास मुशक्कत तो बिना प्राप्ति नहीं हुंदी। पर यह बंदा कहंदे थां थां दे उत्ते भटकदा पुछदा फिरदा रहिंदा, करदा नहीं। बहुत पए असगाह गोते खाह न निकल है। संस्या रूपी बहुते डूंघे समुद्र च पै के गोते खांदे रहिंदे जिग्यासु निकलदे नहीं बाहर। ना ही गोते खांदे ने ना ही निकलदे ने। क्योंकि गोते इस वास्ते नहीं खांदे जो उन्हां नूं परमेश्वर की चाह बनी रहिंदी है। निकलदे इस वास्ते नहीं जो उन्हां नूं ज्ञान की प्राप्ति नहीं हुंदी। तीजा मुही गिराह भुख तिखा दोए भौंकियां। तीजे जिहड़े विषयी बंदे ने वो शास्त्र के अनुसार मूँह विच ग्रास अर्थात कहण तो भाव जो पदार्थ पाउंदे ने। जो पदार्थ शास्त्र तो उल्टा वो खांदे ने। जे लिखिया भी आ चीज़ नहीं खानी वो जरूर खानी उन्होंने। क्योंकि वो तीजी अवस्था वाले थोड़े जे विषयी पुरुष जिहड़े हुंदे ने भुख पदार्थां दे खाण दी ते और भाव कहण दा कि भुख जिहड़ी हुंदी तो पदार्थां दी होगी, प्यास होगी पदार्थां दे पीण दी। ये दोनों चीज़ां उहदे अंदर भौंकदियां ने। भलके भौंकै सदा बयाल। पहला भी श्री राग विच शब्द आपां श्रवण कीता। खादा होआ सुआह भी खाने स्यों दोस्ती। पूर्वले पुन्न कर्मां दा फल जो पदार्थ मिले ने वो पदार्थ तां इस लोक विच खाण नाल सुआह हो गए ने। फिर पुन्न भी खत्म हुंदे जांदे नाल नाल। जिवें आपां जेब दे विच जिन्ने पैसे पाए ने वो जदों आपां खर्चते 1000 चों 100 फिर 200 खर्च लिया, चल हल बथेरे पे फिर होर खर्च लिया, हौली हौली पैसे मुक जाते हैं। जदों पैसे मुक जाते हैं फिर की खरीद के खा सकते हैं, फ्री च तां हुण मिलनों रहा। महाराज कहते इस तरह पुन्ना रूपी पैसे आ लैके आउंदा। वो पुन्न कर्म करदियां होयां वो पुन्ने नूं फल देई जांदे ने। खाण नूं पहिरन नूं घर बार सब कुछ मिल गया। ये बंदे ने की कीता अगे लई कोई पुन्न ही ना कीता, ना दसवंध कढ़िया परतख, ना किसी की सेवा, ना किसी नूं प्रसादा, ना किसी नूं कपड़ा, ना कोई होर। वो पिछले पुन्न सारे मुका बैठा ते अगे नूं कोई पुन्न बीजिया ही नहीं। इस करके सतगुरु कहंदे वो सारा खाधा होया सुआही हो गया। हुण तां फिर खाण दे नाल दोस्ती करदा, फिर परलोक विच जांदा, फिर दूजे जन्म विच सुख प्राप्ति वास्ते पुन्न कर्मां नूं करदा, कोशिश करदा। चौथा आई ऊंघ अखी मीट पवार गया। चौथे जो पामर पुरुष ने उन्हां नूं अविद्या जड़ता रूप नींद आ रही है। अविद्या अते जड़ता की हुंदी है?
ਬੇਜਾਨ ਚੀਜ਼ਾਂ। ਜਿਵੇਂ ਜੜਤਾ ਹੈ ਮਾਇਆ ਵਿੱਚ, ਮਾਇਆ ਦੀ ਕੋਈ ਵੀ ਚੀਜ਼ ਜਿਹੜੀ ਹੈ ਉਹ ਜੜ ਹੈ। ਪਰਮੇਸ਼ਰ ਦੀ ਸੱਤਾ ਲੈ ਕੇ ਉਹ ਚੇਤਨਤਾ ਆਉਂਦੀ ਹੈ। ਸੋ ਕਹਿਣ ਤੋਂ ਭਾਵ ਜਿਵੇਂ ਆਪਾਂ ਕਹੀਏ ਡੈਡ ਹੈ, ਫੋਨ ਡੈਡ ਹੋ ਗਿਆ ਤੇ ਐਕਟੀਵੇਟ ਹੋ ਗਿਆ, ਜਦੋਂ ਫਿਰ ਚੱਲ ਪੈਂਦਾ, ਚੇਤਨਤਾ ਆ ਗਈ ਉਹਦੇ 'ਚ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਪਾਮਰ ਬੰਦੇ ਨੇ ਉਹਨਾਂ 'ਚ ਅਵਿਦਿਆ ਰੂਪੀ ਜੜਤਾ ਆ ਗਈ। ਉਹ ਇੱਕ ਤਰ੍ਹਾਂ ਦੇ ਪ੍ਰਮਾਤਮਾ ਵਾਲੇ ਪਾਸੇ ਮਾਰੀ ਜਾਂਦੇ ਮਨ ਨੂੰ। ਉਹਨਾਂ ਨੂੰ ਹੁਣ ਜਿਹੜੀ ਸੀ ਜੜਤਾ ਰੂਪ ਨੀਂਦ ਆ ਰਹੀ, ਉਹਨੇ ਪਰਮੇਸ਼ਰ ਵੱਲੋਂ ਆਈਆਂ ਜੀਆਂ ਅੱਖਾਂ ਬੰਦ ਕੀਤੀਆਂ ਕਿ ਮਾਨੋ ਅੱਖੀ ਮੀਟ ਪਵਾਰ ਗਿਆ। ਰੱਬ ਵੱਲੋਂ ਉਹਨੇ ਅੱਖਾਂ ਆਈਆਂ ਜੀਆਂ ਬੰਦ ਕੀਤੀਆਂ ਕਿ ਮਾਨੋ ਪਰਮਾਤਮਾ ਵੱਲੋਂ ਮਾਰੀ ਗਿਆ। ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਧੀ ਉੱਠ ਰਚਿਓਨ ਬਾਦ ਸਹਿ ਵਰਿਆਂ ਕੀ ਪਿੜ ਬੱਧੀ। ਉੱਠ ਜਾਣ ਵਾਲਾ ਜੋ ਵਾਦ ਹੈ ਉਹਦੇ ਵਿੱਚ ਫੇਰ ਉਹਨੇ ਸੈਂਕੜਿਆਂ ਵਰਿਆਂ ਦੀ ਬਾਜੀ ਬੰਨ੍ਹ ਲਈ। ਲੜਾਈ ਝਗੜੇ ਹਮੇਸ਼ਾ ਖੜੇ ਕਰਨੇ, ਇਹ ਉਹਦੀ ਆਦਤ ਬਣ ਜਾਂਦੀ ਹੈ। ਚੌਥੇ ਭਾਵ 'ਚ ਕਹਿੰਦੇ ਨੇ ਸਬਾਹੀ ਸਾਲਾਹ ਸਾਬਾਹੀ। ਉਹ ਜੋ ਪ੍ਰੇਰਕ ਪਰਮਾਤਮਾ ਹੈ, ਸਲਾਉਣੇ ਯੋਗ ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਉਹ ਪਰਮਾਤਮਾ ਨੂੰ ਧਿਆਇਆ ਮਨ ਦੇ ਅੰਦਰ, ਸੇਈ ਪੂਰੇ ਸਾਹ, ਉਹ ਪੂਰੇ ਸੂਰੇ ਸ਼ਾਹ ਰੂਪ ਹੋਏ ਨੇ। ਉਹਨਾਂ ਨੇ ਲੜ ਕੇ ਜਮਦੂਤਾਂ ਨੂੰ ਮਾਰਿਆ, ਇਸ ਕਰਕੇ ਉਹ ਜਨਮ ਮਰਨ ਰੂਪ ਵਕਤ ਤੋਂ ਉੱਪਰ ਉੱਠ ਗਏ ਨੇ। ਇਸ ਕਰਕੇ ਪਹਿਲਾਂ ਵੀ ਦੱਸਿਆ ਕਿ ਸਾਬਾਹੀ ਸਾਲਾਹ, ਅੰਮ੍ਰਿਤ ਵੇਲੇ ਉੱਠ ਕੇ ਜਾਪ ਕਰਨਾ, ਉਹ ਪਹਿਲਾਂ ਦੱਸ ਚੁੱਕੇ ਨੇ। ਦੂਜਾ ਬਹੁ ਤੇਰਾ, ਦੋ ਜੋ ਰਾਗ ਤੇ ਦਵੈਸ਼ ਨੇ ਬਹੁਤਿਆਂ ਰਸਤਿਆਂ ਵਿੱਚ ਚਲਾਉਣ ਵਾਲੇ, ਉਹਨਾਂ ਨੂੰ ਜੋ ਜਿੱਤ ਲਿਆ, ਉਹਨਾਂ ਨੇ ਮਨਮੱਤਾਂ ਨੂੰ ਕੱਟ ਕੇ ਰੱਖ ਦਿੱਤਾ, ਖਿਲਾਰ ਦਿੱਤਾ, ਗੁਰਮਤ ਨੂੰ ਧਾਰ ਲਿਆ ਉਹਨੇ। ਦੂਜਾ ਬਹੁਤੇ ਰਾਹ, ਬਹੁਤ ਪਏ ਅਸਗਾਹ, ਸਤਸੰਗਤ ਰੂਪੀ ਜੋ ਸਮੁੰਦਰ ਹੈ ਬਹੁਤੇ ਨਾਮ ਜਲ ਕਰਕੇ ਭਰਿਆ ਪਿਆ, ਬ੍ਰਹਮਾਨੰਦ ਰੂਪ ਸਮੁੰਦਰ ਵਿੱਚ ਬਹੁਤ ਸਮਾਂ ਪਏ, ਉਹ ਉਹਦੇ 'ਚ ਟੁੱਬੀਆਂ ਲਾਉਂਦੇ ਨੇ। ਇੱਕ ਹੁੰਦਾ ਗੋਤੇ ਖਾਣੇ, ਗੋਤੇ ਹੁੰਦੇ ਨੇ ਜਦੋਂ ਬੰਦਾ ਤਰਨਾ ਨਾ ਜਾਣਦਾ ਹੋਵੇ, ਪਾਣੀ 'ਚ ਡਿੱਗ ਪਏ, ਫਿਰ ਉਹ ਕਰਕੇ ਕਦੇ ਥੱਲੇ ਕਦੇ ਤਾਂ ਜਾਂਦਾ। ਇੱਕ ਹੁੰਦਾ ਤਾਰੂ, ਤਾਰੂ ਬੰਦਾ ਜਿਹਨੂੰ ਤਰਨਾ ਆਉਂਦਾ ਉਹ ਆਨੰਦ ਲੈਂਦਾ, ਤਰ ਕੇ ਕਦੇ ਥੱਲੇ ਕਦੇ ਮੱਛਲੀ ਬਣ ਕੇ, ਜਿਵੇਂ ਮੈਂ ਮੱਛਲੀ ਕੈਸੇ ਅੰਤ ਲਹਾਂ। ਉਹ ਨਿਕਲੇ ਬ੍ਰਹਮ 'ਚੋਂ ਬਾਹਰ ਨਹੀਂ ਨਿਕਲਦੇ, ਭਾਵ ਵੱਖਰੇ ਹੀ ਨਹੀਂ ਹੁੰਦੇ ਉਹ। ਤੀਜਾ ਮੁਹੀ ਗਿਰਾਹ, ਤੀ ਜੈ ਤੋਂ ਭਾਵ ਹੁੰਦਾ, ਤੀ ਨਾਮ ਹੈ ਮਾਇਆ ਰੂਪ ਇਸਤਰੀ ਜੋ ਹੈ, ਉਹਨੂੰ ਉਹਨਾਂ ਨੇ ਜੈ ਕਰ ਲਿਆ। ਇਹ ਇਸ ਤਰ੍ਹਾਂ ਇਹ ਅਨੁਭਵੀ ਅਰਥ ਹੁੰਦੇ ਨੇ। ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਦੇ ਅਰਥ ਬਣਾਏ ਕਿ ਜੋ ਅਨੁਭਵ ਅੰਦਰੋਂ ਹੁੰਦਾ ਉਹਨਾਂ ਨੂੰ। ਦੂ ਜੈ, ਇਸ ਤਰ੍ਹਾਂ ਦੂ ਦਵੈਸ਼ ਨੂੰ ਜੈ ਜਿੱਤਣਾ, ਤੀ ਜੈ, ਤੀ ਹੁੰਦੀ ਤ੍ਰਿਆ ਇਸਤਰੀ ਮਾਇਆ, ਮਾਇਆ ਨੂੰ ਜੈ ਜਿੱਤਣਾ। ਇਸ ਤਰ੍ਹਾਂ ਨਾਲ ਗੁਰਮੁਖਾਂ ਨੇ ਮਾਇਆ ਨੂੰ ਜਿੱਤ ਲਿਆ, ਉਹਨੂੰ ਇਉਂ ਖਤਮ ਕਰ ਦਿੱਤਾ ਜਿਵੇਂ ਮੂੰਹ ਵਿੱਚ ਰੋਟੀ ਪਾ ਕੇ ਉਹਦਾ ਖਾਤਮਾ ਹੀ ਕਰ ਦਈਦਾ ਬੁਰਕੀ ਦਾ। ਮਾਇਆ ਦੀਆਂ ਦੋ ਅੱਗੇ ਲੜਕੀਆਂ ਨੇ, ਭੁੱਖ ਤੇ ਪਿਆਸ। ਇਹਨਾਂ ਦੋਹਾਂ ਨੇ ਵੀ ਭਉ ਤੋਂ ਭਾਵ ਖੌਫ ਕੀਤਾ ਕਿ ਸਾਡੀ ਮਾਤਾ ਨੂੰ ਇਹਨਾਂ ਨੇ ਮਾਰ ਦਿੱਤਾ, ਸਾਨੂੰ ਇਹ ਕਦੋਂ ਛੱਡੇਗਾ। ਇਸ ਕਰਕੇ ਉਹ ਆਪ ਹੀ ਪਾਸੇ ਹੋ ਗਈਆਂ, ਨਾ ਉਹਨੂੰ ਭੁੱਖ ਲੱਗੇ ਨਾ ਪਿਆਸ। ਇਹ ਹੁਣ ਜਿਨ੍ਹਾਂ ਦੀ ਅਵਸਥਾ ਬਣੀ ਹੋਈ ਹੈ, ਇਹ ਗੱਲ ਉਹਨਾਂ ਨੂੰ ਸਮਝ ਲੱਗਣੀ ਹੈ। ਸੋ ਜਦੋਂ ਭਗਤੀ ਕਰਦਿਆਂ ਹੁਣ ਤਾਂ ਆਪਾਂ ਨੂੰ ਨੀਂਦ ਤੰਗ ਕਰਦੀ ਹੈ, ਪਿਆਸ ਤੰਗ ਕਰਦੀ ਹੈ, ਭੁੱਖ ਸਤਾਉਂਦੀ ਹੈ। ਫਿਰ ਇੱਕ ਸਮਾਂ ਆਉਂਦਾ ਨਾ ਨੀਂਦ ਨਾ ਪਿਆਸ ਨਾ ਭੁੱਖ ਤੰਗ ਨਹੀਂ ਕਰਦੀਆਂ। ਫਿਰ ਇਹ ਖਾਧਾ ਹੋਆ ਸਵਾਹ, ਜੋ ਪਿੱਛੇ ਸੰਕਲਪ ਵਿਕਲਪ ਧਾਰਿਆ ਹੋਇਆ ਸੀ ਨਾ, ਖਾਧਾ ਤੋਂ ਭਾਵ ਧਾਰਿਆ ਹੋਇਆ ਸੀ, ਉਹ ਤਾਂ ਸਵਾਹ ਹੋ ਗਿਆ ਅਵਸਥਾ 'ਚ ਜਾ ਕੇ, ਉਹ ਖਤਮ ਹੀ ਹੋ ਗਏ ਸਾਰੇ। ਜੋ ਹੋਰ ਨਵਾਂ ਸੰਕਲਪ ਉੱਠਦਾ ਉਹਨਾਂ ਦੇ ਖਾਣੇ ਨਾਲ ਅਭਾਵ ਹੋ ਗਈ, ਭਾਵ ਦੋਸਤੀ ਕਰਦਾ ਹੈ ਨਵੇਂ ਸੰਕਲਪ ਨਾਲ। ਹੁਣ ਪਹਿਲਾਂ ਜਿਹੜੇ ਸੰਕਲਪ ਉੱਠਦੇ ਸੀ ਮਾੜੇ, ਉਹਨਾਂ ਦਾ ਤਿਆਗ ਕਰ ਦਿੱਤਾ। ਨਵੇਂ ਸੰਕਲਪ ਨੂੰ ਸ਼ੁਭ ਸੰਕਲਪ ਉਠਾਉਂਦਾ, ਸ਼ੁਭ ਕਰਮਨ ਤੇ ਕਬਹੁ ਨ ਤਰੁ। ਚੌਥਾ ਆਈ ਊਂਗ, ਜਿਸ ਵੇਲੇ ਚੌਥੀ ਭੂਮਿਕਾ ਭਾਵ ਤੁਰੀਆ ਅਵਸਥਾ ਰੂਪੀ ਊਂਗ ਨੀਂਦ ਆਈ, ਤਾਂ ਸੰਸਾਰ ਵੱਲੋਂ ਐਸੀਆਂ ਅੱਖੀਆਂ ਮੀਟੀਆਂ, ਅੱਖੀ ਮੀਟ ਪਵਾਰ ਗਿਆ। ਮਨ ਆਈਆਂ ਜੀ ਅੱਖਾਂ ਬੰਦ ਕੀਤੀਆਂ ਸੰਸਾਰ ਵੱਲੋਂ ਕਿ ਸੰਸਾਰ ਵੱਲੋਂ ਮਾਰੀ ਗਿਆ। ਜਦੋਂ ਕੋਈ ਸਾਧੂ ਸੰਤ ਬਣ ਜਾਂਦਾ ਸੀ, ਲੋਕ ਕਹਿੰਦੇ ਸੀ ਉਹਦੇ ਮਾਂ-ਬਾਪ, ਤੂੰ ਤਾਂ ਸਾਡੇ ਵੱਲੋਂ ਮਾਰੀ ਗਿਆ, ਤੂੰ ਤਾਂ ਕਿਸੇ ਕੰਮ ਦਾ ਨਹੀਂ ਹੈ। ਹੁਣ ਕਹਿਣ ਤੋਂ ਭਾਵ ਕਿ ਜਦੋਂ ਚੌਥੀ ਅਵਸਥਾ ਵਿੱਚ ਜਾਂਦਾ ਸਰੀਰ,
ਤੁਰੀਆ ਪਦ ਵਿੱਚ, ਉਦੋਂ ਬੰਦਾ ਸੰਸਾਰ ਵੱਲੋਂ ਖਤਮ। ਨਾ ਉਹਨੇ ਕਿਸੇ ਨਾਲ ਬੋਲਣਾ, ਨਾ ਚੱਲਣਾ, ਨਾ ਖਾਣਾ, ਨਾ ਪੀਣਾ, ਕੋਈ ਗੱਲ ਨਹੀਂ ਕਰਨੀ। ਲੋਕੀ ਕਹਿੰਦੇ ਛੱਡੋ ਪਰੇ, ਇਹਨੂੰ ਕੀ ਬੁਲਾਉਣਾ, ਇਹ ਤਾਂ ਹੁਣ ਕੋਈ ਗੱਲ ਹੀ ਨਹੀਂ ਕਰਦਾ। ਪੀ ਉੱਠ ਰਚਿਓਨ ਵਾਦ, ਇਹ ਜਿਹੜਾ ਵਾਦ ਰਚਿਆ ਹੋਇਆ ਸੀ ਉਹ ਵੀ ਉੱਠ ਗਿਆ। ਸੈਂਕੜੇ ਵਰਿਆਂ ਦੀ ਜਿਹੜੀ ਪੇੜ ਬੰਨੀ ਆ, ਉਹ ਕਿਹੜੀ ਬੰਨੀ ਇੱਧਰ ਗੁਰਮੁਖ ਨੇ, ਉਹ ਉਹਨੇ ਬਾਜੀ ਬੰਨੀ ਬ੍ਰਹਮਾਨੰਦ ਵਿੱਚ। ਦੁਨੀਆ ਨੇ ਤਾਂ ਬੰਨੀ ਸੀ ਪੇੜ ਵੀ ਮੈਂ 100 ਸਾਲ ਜਿਉਵਾਂਗਾ, ਮੈਂ ਆਹ ਕੰਮ ਕਰਾਂਗਾ, ਮੈਂ ਉਹ ਕੰਮ ਕਰਾਂਗਾ। ਉਹ ਤਾਂ ਉਹਨਾਂ ਦੀ ਸਿਰੇ ਨਹੀਂ ਲੱਗੀ, ਵਿਚਾਰਾ ਪਹਿਲਾਂ ਹੀ ਚਲਿਆ ਗਿਆ ਦੁਨੀਆ ਚੋਂ। ਪਰ ਰੱਬ ਦੇ ਪਿਆਰਿਆਂ ਨੇ ਜਿਹੜੀ ਪੇੜ ਬੰਨੀ ਆ ਉਹ ਬ੍ਰਹਮਾਨੰਦ ਵਿੱਚ ਬੰਨੀ, ਐਸੀ ਬੰਨੀ 100 ਵਰਿਆਂ ਦੀ ਕਿਹੜੀ ਗੱਲ ਹੈ। ਕਹਿੰਦੇ ਉਹ ਤਾਂ ਬਸ ਸੈਂਕੜੇ ਵਰਿਆਂ ਦੀ ਹੋ ਗਈ। ਹੁਣ ਸੈਂਕੜਿਆਂ ਦੀ ਵੀ ਕਾਹਦੀ ਹੋ ਗਈ, ਉਹ ਤਾਂ ਬੇਅੰਤੀ ਪੇੜ ਬੰਨਤੀ, ਕਿਉਂਕਿ ਉਹ ਤਾਂ ਸਦਾ ਵਾਸਤੇ ਸੱਚਖੰਡ ਜਾ ਟਿਕਿਆ। ਸਭੇ ਵੇਲਾ ਵਕਤ ਸਭ ਜੇ ਅੱਠੀ ਭਉ ਹੋਏ, ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਕਿ ਸਾਰੇ ਵੇਲੇ ਦਿਨ ਦੇ, ਸਾਰੇ ਵਕਤ ਰਾਤ ਦੇ ਉਹ ਤਾਂ ਹੀ ਸਫਲੇ ਨੇ ਜੇ ਅੱਠੇ ਪਹਿਰ ਵਾਹਿਗੁਰੂ ਦਾ ਡਰ ਮਨ ਦੇ ਅੰਦਰ ਧਾਰਨ ਕਰਕੇ ਰੱਖੇ। ਸਭੇ ਵੇਲਾ ਵਕਤ ਸਭ ਜੇ ਅੱਠੀ ਭਉ ਹੋਏ, ਜੇ ਅੱਠੇ ਪਹਿਰ ਵਾਹਿਗੁਰੂ ਦਾ ਡਰ ਮਨ ਧਾਰਨ ਕਰਕੇ ਰੱਖੇ ਤਾਂ ਸਫਲਾ ਹੁੰਦਾ ਹੈ। ਮਹਾਰਾਜ ਫਰਮਾਉਂਦੇ ਜੇ ਸਾਹਿਬ ਪਰਮੇਸ਼ਰ ਦੇ ਨਾਮ ਨੂੰ ਮਨ ਵਿੱਚ ਵਸਾਵੇ ਤਾਂ ਇਹਦਾ ਇਸ਼ਨਾਨ ਆਦਿਕ ਕਿਰਿਆਵਾਂ ਸਾਰੀਆਂ ਹੋਰ ਕੀਤੀਆਂ ਹੋਈਆਂ ਸਫਲੀਆਂ ਨੇ। ਜੇ ਸਾਹਿਬ ਨੂੰ ਮਨ 'ਚ ਵਸਾਵੇ ਤਾਂ 24 ਘੰਟੇ ਤਾਂ ਸਫਲੇ ਨੇ ਜੇ ਰੱਬ ਦੇ ਡਰ ਵਿੱਚ ਬੈਠੇ ਤੇ ਨਾਮ ਸਿਮਰਨ ਕਰੀ ਜਾਵੇ। ਇਹਦੇ ਨਾਲ ਰਲਦਾ ਹੀ ਸ਼ਲੋਕ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ। ਭਈ ਦੂਜੇ ਪਾਤਸ਼ਾਹ ਦਾ ਇੱਕ ਸ਼ਲੋਕ ਇਹ ਨਾਲ ਰਲਦਾ ਮਿਲਦਾ ਵਾਰ ਦੇ ਵਿੱਚ ਹੁਣ ਮਹਾਰਾਜ ਨੇ ਲਿਖਵਾਇਆ। ਮਹੱਲਾ ਦੂਜਾ, ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ, ਅੱਠੀ ਵੇ ਪਰਵਾਹ ਰਹਿਣ ਇੱਕ ਤੈ ਰੰਗ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹੀ ਪੂਰੇ ਸ਼ਾਹ ਨੇ ਜਿਨ੍ਹਾਂ ਨੇ ਪੂਰਾ ਨਾਮ ਗਿਆਨ ਪ੍ਰਾਪਤ ਕਰ ਲਿਆ। ਅੱਠੇ ਪਹਿਰ ਇੱਕ ਬੇਪਰਵਾਹ ਪਰਮੇਸ਼ਰ ਦੇ ਰੰਗ ਤੋਂ ਭਾਵ ਹੁੰਦਾ ਪ੍ਰੇਮ ਵਿੱਚ ਰਹਿੰਦੇ ਨੇ। ਇੱਕ ਵਾਹਿਗੁਰੂ ਦੇ ਪ੍ਰੇਮ ਕਰਕੇ ਅੱਠੇ ਪਹਿਰ ਬੇਪਰਵਾਹ ਹੀ ਬੈਠੇ ਰਹਿੰਦੇ ਨੇ। ਦਰਸ਼ਨ ਰੂਪ ਅਥਾਹ ਵਿਰਲੇ ਪਾਈਐ, ਕਰਮ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲ, ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ। ਅਥਾਹ ਰੂਪ ਪਰਮਾਤਮਾ ਦਾ ਦਰਸ਼ਨ ਕੋਈ ਵਿਰਲੇ ਬੰਦੇ ਹੀ ਪ੍ਰਾਪਤ ਕਰਦੇ ਨੇ। ਦਰਸ਼ਨ ਰੂਪ ਅਥਾਹ ਵਿਰਲੇ ਪਾਈਐ, ਵਿਰਲੇ ਵਿਰਲੇ ਬੰਦੇ ਦਰਸ਼ਨ ਜਿਹੜਾ ਅਥਾਹ ਪਰਮਾਤਮਾ ਦਾ ਕੋਈ ਉਹਦੇ ਰੂਪ ਨੂੰ, ਉਹਦੇ ਦਰਸ਼ਨ ਨੂੰ ਕਰਦੇ ਨੇ। ਸੁੰਦਰ ਸਰੂਪ ਅਥਾਹ ਰੂਪ ਪਰਮਾਤਮਾ ਦਾ। ਪੂਰਬਲੇ ਕਰਮ ਸ੍ਰੇਸ਼ਟ ਹੋਣ ਤਾਂ ਸਤਿਗੁਰੂ ਮਿਲਦੇ ਨੇ। ਕਰਮ ਪੂਰਾ ਗੁਰੂ ਪੂਰਾ ਜਾ ਕਾ ਬੋਲ। ਕਹਿੰਦੇ ਗੁਰੂ ਪੂਰਾ ਕੌਣ ਹੁੰਦਾ? ਕਹਿੰਦੇ ਜਿਨ੍ਹਾਂ ਦਾ ਬਚਨ ਬੋਲਿਆ ਹੋਇਆ ਪੂਰਾ ਹੁੰਦਾ, ਜੋ ਕਹਿਤਾ ਸੋ ਹੋਣਾ ਹੀ ਹੋਣਾ। ਜੇ ਪੂਰਾ ਗੁਰੂ ਸਿੱਖ ਨੂੰ ਉਪਦੇਸ਼ ਦੇਣਾ ਕਰੇ ਤਾਂ ਇਹਦਾ ਤੋਲ ਘਟਦਾ ਨਹੀਂ। ਜਿਵੇਂ ਪਰਮੇਸ਼ਰ ਸਤ ਚਿਤ ਆਨੰਦ ਸਰੂਪ ਹੈ, ਉਹ ਜਗਿਆਸੂ ਵੀ ਪੂਰਾ ਹੀ ਹੋ ਜਾਂਦਾ। ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ। ਮਹਾਰਾਜ ਕਹਿੰਦੇ ਜੇ ਪੂਰਾ ਪਰਮੇਸ਼ਰ ਹੈ ਤਾਂ ਗੁਰੂ ਵੀ ਪੂਰਾ ਤੇ ਜਗਿਆਸੂ ਨੂੰ ਵੀ ਪੂਰਾ ਹੀ ਬਣਾ ਲੈਂਦੇ ਬ੍ਰਹਮ ਗਿਆਨੀ। ਉਹ ਜਗਿਆਸੂ ਆਪਣੇ ਸਰੂਪ ਨੂੰ ਸਤ ਚਿਤ ਆਨੰਦ ਸਰੂਪ 'ਚ ਨਿਸ਼ਚੈ ਕਰਦਾ, ਉਹਦਾ ਵੀ ਵਿਚਾਰ ਘਟਦਾ ਨਹੀਂ। ਤਿੰਨੇ ਇੱਕੋ ਹੀ ਰੂਪ ਹੋ ਜਾਂਦੇ ਨੇ। ਇਹ ਦੇਖਣ ਨੂੰ ਭਾਵੇਂ ਵੱਖਰੇ ਲੱਗਣ। ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਉਹ ਤਿੰਨੋਂ ਇੱਕੋ ਰੂਪ ਹੋ ਜਾਂਦੇ ਨੇ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕੀਤੇ ਨੇ, ਕਹੋ ਨਾਨਕ ਜੋ ਪਿਤਾ ਪਤੀਨੇ, ਪਿਤਾ ਪੂਤ ਇੱਕ ਰੰਗ ਲੀਨੇ। ਦੋਨੋਂ ਇੱਕੋ ਹੀ ਰੂਪ ਹੋ ਗਏ ਨੇ। ਹੌਲੀ ਹੌਲੀ ਬਾਬਾ ਬੁੱਢਾ ਜੀ ਬਾਰੇ ਕਹਿਣ ਲੱਗ ਪਏ ਮਹਾਰਾਜ, ਇਹ ਭਾਈ ਸਾਡਾ ਹੀ ਰੂਪ ਹੈ। ਭਾਈ ਵਿਧੀ ਚੰਦ ਬਾਰੇ ਕਿਹਾ, ਜਿਹਨੇ ਸਾਡੇ ਦਰਸ਼ਨ ਕਰਨੇ ਭਾਈ ਵਿਧੀ ਚੰਦ ਦੇ ਦਰਸ਼ਨ ਕਰ ਲਓ, ਇਹ ਸਾਡਾ ਹੀ ਰੂਪ ਹੈ। ਹੌਲੀ ਹੌਲੀ ਸਿੱਖ ਜਿਹੜਾ ਗੁਰੂ ਰੂਪ ਹੀ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਮੇਰਾ ਹੀ ਹੈ, ਮੈਂ ਤੇਰਾ ਹੀ ਹਾਂ। ਤੂੰ ਮੇਰੇ ਵਿੱਚ ਲੀਨ ਹੋ ਗਿਆ, ਮੈਂ ਤੇਰੇ ਵਿੱਚ ਲੀਨ ਹੈ। ਆਪਣੇ ਵਿੱਚ ਫਰਕ ਨਹੀਂ ਰਹਿ ਗਿਆ ਕੋਈ। ਰੱਬ ਵਰਗੇ ਹੀ ਬਣ ਜਾਂਦੇ ਰੱਬ ਦੇ ਪਿਆਰੇ। ਤੇ ਇਸ ਕਰਕੇ ਜਿਵੇਂ ਕਬੀਰ ਜੀ ਫਰਮਾਉਂਦੇ ਨੇ,
हर जन ऐसा चाहिए जैसा हर ही होए, पर स्टेज बहुत वड्डी, बहुत उच्ची अवस्था है जाके। धन गुरु नानक देव जी पौड़ी फरमाउंदे ने हुण अगे, पौड़ी जा तू तां क्या होर, मैं सच सुनाई है, मुट्ठी धंधा चोर, महल ना पाई है। हे वाहिगुरु जी, जां तू प्राप्त हो गए मैनू तां जीव नूं होर की चाहिदा, जां तू तां क्या होर, मैं सच सुनाई है। इस करके तुसीं मैनू अपना सच्चा ना ही सुनाउणा करो बस। जब तुसीं मैनू प्राप्त हो गए, मैनू होर कुछ भी नहीं चाहिदा, क्योंकि तुसीं सब तो वड्डे हो। जब तुसीं हो मेरे कोले तो मेरे कोल तो सारा कुछ ही है, जब तुसीं मेरे कोल नहीं तो मेरे कोल कुछ भी नहीं हैगा। ਇਹ अवस्था ਨੂੰ मन नाल अपने अंदर अनुभव करके देखो ਤਾਂ भी जे वाहिगुरु अपने कोल बैठे होण ਤਾਂ ਆਪਾਂ ਨੂੰ ਹੋਰ ਕੀ ਲੋੜ है। फिर बस काम खत्म हो गया, बेफिक्री नाल आनंद माणांगे। फिर महाराज चौथे पातशाह कहंदे फिर ऐन लत्त ते लत्त धर के सौ जाओ, होए निचंद निसल होए रही आ, मौजा करो, क्योंकि मेरा वाहिगुरु मेरे नाल, मैनूं अंग संग देखदा है, मेरे हिरदे च है, व्यापक है। बाकी ताकतां दी की मजाल है, फिर हुण कुछ कह जाण। लक्ष्मी दी की मजाल है कि ना सेवा करे, माया दासी भगतां की कार कमावै। विषयां विकारां दी की मजाल है, सानूं तंग कर जाण। दुष्टां दुखियां दा की मतलब है सानूं तंग करन दा। जा तू मेरे वल है तां क्या मुशंदा, तुद सब कुछ मैनूं सौंपिया जा तेरा बंदा। लक्ष्मी तोड़ ना आवई खाए खर्च रहंदा, लख 84 मेदनी सब सेव करंदा। ये वैरी मित्र सब कीतियां ने मंगै बंदा, लेखा कोई ना पुछे जा हर बख्शंदा। आनंद पाया सुख पाया मेरे गुरु गोबिंदा, सभे काज सवारिया जा तुद पाबंदा। हुण मैनूं कोई परवाह नहीं है किसी दी, जदों तुसीं मेरे कोले हो, मेरे नाल हो, फिर वो निडर हो जाता। भगत प्रहलाद नूं कितनी वारी पानी सुट, जहर दिती, सप्पां च सुटता, अग च साड़न का यतन किया, पहाड़ां तो सुटता लिजा के, उहनूं की हो गया? कुछ भी नहीं होया। महाराज कहने जदों गुरु रखवाला है, जदों अकाल पुरख तेरे नाल है, तू अंग संग वाहिगुरू नूं जाणदा है, तां तैनूं की हो सकदा? जा तू मेरा बल है, जदों तू मेरे नाल। जाम गुरु होए बल लख बाहें क्या कीजाए, जाम गुरु होए बल तन्है क्या गारव दिज जाए। कहने मैं ये सच्चा बचन सुनाया कि जां तू प्राप्त होया तो होर बाकी रह की गया। जिसदी बुद्धि धंधियां रूप चोरां करके लुटी गई है, उस रूप की प्राप्ति नहीं कर सकता। आ जिहड़ा आपां कहने मैं बिजी हाँ कम्मां च, इहनूं सतगुरु वो कहने ने आ धंधियां रूपी चोर चिंबड़े होए तुहानूं। ये बिजी अखर ही लुट के लै जांदा सारा कुछ, ये सारे टाइम नूं खा जांदा, ना ही नितनेम करन दिंदा, ना सानूं रब नाल जुड़न दिंदा, ना ही सानूं सिमरन करन दिंदा। रब ते यकीन ही नहीं भी रब रोटी देवेगा, उहदे ते भरोसा नहीं है। महाराज कहते तैनूं भरोसा नहीं रब ते, तैनूं मेरे ते यकीन नहीं है, इस करके कहते तू मेरी भगती करदा ही नहीं, माया दा भगती बनिया फिरदा। इन्ना चित कठोर सेव गवाई है, चित घट सच न पाए सो भन कढ़ाई है। सो इन्ना कठोर सख्त चित्त वाले पुरुषों ने सेवा की हुई गवा लई अपनी। इस करके जिस दे अंतःकरण विच सच नाम नहीं पिया, वो भन कढ़ाई है, भजदा ते घड़ींदा, भाव जमदा ते मरदा ही रहिंदा। कहण तो भाव इन्ना चित्त कठोर सेव गवाई है। इन्ना कठोर जिहड़ा ना सख्त चित्त वाले बंदियां ने सेवा की गवा लई। चित्त नूं सख्त नहीं करना, पत्थर वर्गा। जे आपां ने इन्ना चित्त सख्त कर लिया तो फिर अपने को, क्योंकि सेवा भाव करदियां होइयां दया होनी चाहिदी है, कोमलता होनी चाहिदी है, मिठास वाला सुभाव होना चाहिए। जब एक बारी महाराज 10वें पातशाह को लैके आया एक सुमदारी जिहा सी, रिछ दा खेडा दिखाउंदा सी, देखण लग गए रौला जिहा पिया। महाराज कहंदे वो रौला काहदा पैंदा? कहंदे रिछ लई फिरदा एक बंदा तमाशा। महाराज कहण लियाओ इत्थे बुला के लियाओ। या रिछ ने तमाशा किया, सो उस वक्त महाराज सच्चे पातशाह बड़े हसे, सारे जने हसदे भी देखो रिछ की तमाशा करदा, किवें करदा। चौर बरदार सिर ते खड़ा जिहड़ा चौर करदा सी, सो महाराज सच्चे पातशाह कहण लगे हसदा की है? तेरा पिता है, ये रिछ है ना तेरा पिता है। वो तो बेचारा खड़ा ही सुन्न हो गया, पिता? मेरा पिता तो 9वें पातशाह नूं चौर करदा सी, मेरा पिता रिछ किवें बन गया? वो उत्थे ही उदास जिहा हो गया। महाराज मेरा तो दिल ही टुट गया। कहंदे क्यों?
कहते महाराज इन्नी सेवा तुहाडी करके मेरे पिता ने जे रिछी बनना सी तो महाराज जी फिर तो चौर करने का फायदा ना होया सानू कोई, असीं तां पुश्तां तो चौर करते आ रहे हैं। महाराज सच्चे पातशाह कहने सुन मेरी गल, कठोर चित सी तेरा पिता, काहदी सेवा? कहने देग वरताउण लग पिया इत्थे संगत च एक दिन। कहने कोई बीतराग ब्रह्म ज्ञानी महापुरुष किरती सिख सी, वो गड्डे लैके गड्डियां दी लाइन जांदी हुंदी सी, पहलां वो वेचण चलिया सी कोई चीज़, अगे लंघ रिहा आनंदपुर साहब तो, हुण गड्डा तुरदा हौली हौली तुरदा, 15-20 गड्डियां दी लाइन है जा रही, वो उतर के दौड़ के कहने आया, मत्था टेकिया भी मैं चलो नाल दर्शन करिया उन्हां, गड्डे जाके दोबारा फिर फड़ लूंगा अपना। ਉਹਦਾ गड्डा लाइन विच होण करके बलद मगर मगर तुरे गए। कहते जद वो आया तो थोड़ी जी काली भी सी, कहते तेरा पिता प्रसाद वरताउंदा सी, कहते ओहो थोड़ा गाहां हो के कहंदा भाई गुरमुखा मैनू पहलां दई प्रसाद, मेरा गड्डे निकल जाणगे। कहते वो क्यों रिछ वांगू गाहां गाहां नूं आउंदा, आराम नाल बैठ टेक के। हुण संगत विच आपां कई वार पुट्ठा बोल तां जांदे किसे नूं, आपां नूं की पता इह कौन है, किन्नी क अवस्था दा मालक है। उस वक्त जदों कौड़ा बोल बोलिया, वो कहंदा रिछ तां तू ही होएगा, मैं तां गुरु दा सिख। वो कहंदे ये तां रिछ बणिया तेरा प्यो। उत्थे रोण लग गया, महाराज भला करो मेरे पिता दा, इह तां विचारा रिछ बणिया। सतगुरु सच्चे पातशाह कहण लगे देग वरताओ बई सारी संगत नूं, आ रिछ नूं भी पा दिओ। रिछ नूं भी देग पाई, रिछ छक के चढ़ाइयां कर गया। उत्थे जदों चढ़ाई कर गया तो उस वक्त ਉਹਦੀ रूह निकल के खड़ गई। फिर ਉਹਨੂੰ सारी गल दसी भी मैं ना कौड़ा बोल बोलदा हुंदा सी, संगत विच सख्त बोलना, समझना ही कख ना किसे नूं। इस करके संगत विच ये ना जाणो भी ये बंदा तां गरीबड़ा जिहा निमाणा जिहा, कई वारी ਉਹਦੀ अवस्था बहुत उच्ची हुंदी, देखण नूं निमाणा जिहा लगदा हुंदा, ते गुरमुख हुंदे भी निमाणे ही नहीं, गुरमुख निमाणा हो। तां सतगुरु महाराज सच्चे पातशाह कहंदे करड़े सुभाਅ त्याग दिओ, कठोर चित ना बनो, फिर सेवा सारी खत्म हो जाती है। मत थोड़ी सेव गवाई है, कदे नहीं कौड़ा बोलना, किसी नूं आम घाट बात नहीं करनी। जित घट सच ना पाए सो भन कढ़ाई है, जिहदे अंतःकरण विच सच नाम नहीं पिया वो भन कढ़ाई है, तो भाव भजदा टुटदा घड़ींदा जमदा मरदा ही रहिंदा। क्यों कर पूरै वट तोल तुलाई है, कोई ना आखै घट हौमै जाई है। इस प्रकार करके पूरे विचार रूपी बट्टे दे तोल नाल तोलिया जावेगा, भाव तोले ही नहीं जाना। जे चित्त विचों हंगता ममता चली जावे तो फिर इनू कोई भी घट नहीं कहता, फिर पूरा ही पूरा। जदों तक मन दे अंदर हंगता है उदों तक अधूरा ही अधूरा है। हुण सोना तोलना होवे, जे आपां सोना तोलना है 10-20 तोले सोना तोलना है, ਉਹਦੇ ਵਿੱਚ पत्थर रख दो तो थोड़े थोड़े, ਉੱਥੇ ਇੱਕ ਸੁਨਿਆਰਾ ਕਹੋ सोना तोलना कि पत्थर तोलने हैं। क्योंकि सोने की वट्टी ठीक आ, मेरे को तोलन नूं 20 तोले 50 तोले जिन्ना मर्जी तोल लीए, 100 तोला भी तोल लैंदा, आधा किलो तक भी हुंदा वो कंडा जिहा। जे ਉਹ 'ਚ पत्थर रखते 5 किलो दे तो वो कित्थों तोलांगे महाराज कहने, ਉਹਦੇ कोल बट्टे तोलन वाले किते। इस करके जिहड़ी हौमै ममता आपां नूं चिंबड़ी होई है, ये तो बट्टियां वांगू रख लई नाल, ते निमरता रूपी सोना कोल ही है नहीं। महाराज कहते ने इस तरह तोल नहीं हुंदा उस बंदे दा, ਉਹਨੂੰ फिर तोले ही नहीं जाता, क्योंकि वो रिजैक्ट हो जाता, बिल्कुल ही खत्म हो गया। लईयन खरे परख दर भी नाई है, सौदा एक तहट पूरा गुर पाई है। खोटियां विचों जिहड़े खरे आदमी परख लईदे ने, क्योंकि सारे बंदे उसे वाहिगुरू दी बीनाई है, तो भाव नज़र निगाह दे अंदर ने। बीनाई है दाना बीना, दूर बीन हुंदा देखना, बीनाई है उही अखर है, नज़र निगाह दे अंदर हन। खरे बंदे जिहड़े परख के परमेश्वर दे दर विच बीनाई चुने जाते हैं, जिन्हां दे कोले दर बीनाई है तो नाम रूपी धन है। इस करके महाराज सच्चे पातशाह उन्हां उत्ते किरपा करदे ने, जो असंग ने वो खरे परख ले जाते हैं। वो नाम ज्ञान रूपी सौदा एक सत्संगत रूपी हट्टी उत्ते है, पर पूरे गुरां द्वारा ही प्राप्त हुंदा। इस तरह महाराज ने फरमाया।